ਪਿਆਰੇ ਵਿਦਿਆਰਥੀਓ, ਨਮਸਕਾਰ, ਸਤਿ ਸ੍ਰੀ ਅਕਾਲ। ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ। ਤੁਸੀਂ ਸਾਰਿਆਂ ਨੇ GST ਸੁਣਿਆ ਹੈ, ਕਿਉਂਕਿ GST ਸਾਡੇ ਸਾਰਿਆਂ ਦੇ ਲਈ ਇੱਕ ਨਵਾਂ ਸ਼ਬਦ ਹੈ ਜਿਸ ਦਾ ਫੁੱਲ ਫਾਰਮ ਹੈ ਗੁੱਡਸ ਐਂਡ ਸਰਵਿਸਿਜ਼ ਟੈਕਸ। ਪੰਜਾਬੀ ਵਿੱਚ ਇਸ ਨੂੰ ਅਸੀਂ ਵਸਤੂਆਂ ਅਤੇ ਸੇਵਾਵਾਂ ਕਰ ਦੇ ਨਾਮ ਨਾਲ ਜਾਣਦੇ ਹਾਂ। ਗੁੱਡਸ ਐਂਡ ਸਰਵਿਸਿਜ਼ ਟੈਕਸ ਇਜ਼ ਐਨ ਇਨਡਾਇਰੈਕਟ ਟੈਕਸ। ਪਿਆਰੇ ਵਿਦਿਆਰਥੀਓ, ਜੋ GST ਹੈ ਇਹ ਸਾਡਾ ਇੱਕ ਇਨਡਾਇਰੈਕਟ ਟੈਕਸ ਹੈ। ਇਹ ਪ੍ਰਤੱਖ ਟੈਕਸ ਹੈ ਜਿਹੜਾ ਕਿ ਅਲੱਗ-ਅਲੱਗ ਰੇਟ 'ਤੇ ਲਗਾਇਆ ਜਾਂਦਾ ਹੈ ਔਰ ਐਵਰੀ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼, ਹਰੇਕ ਤਰ੍ਹਾਂ ਦੀਆਂ ਜਿਹੜੀਆਂ ਗੁੱਡਸ ਨੇ ਅਤੇ ਸਰਵਿਸਿਜ਼ ਨਾਲ ਵਰਡ ਯੂਜ਼ ਕੀਤਾ ਗਿਆ ਹੈ, ਸਰਵਿਸਿਜ਼ ਸੇਵਾਵਾਂ ਦੇ ਬਦਲੇ ਵੀ ਟੈਕਸ ਲਗਾਇਆ ਜਾਂਦਾ ਹੈ। ਪਰ ਇੱਥੇ ਇੱਕ ਗੱਲ ਦਾ ਯਾਦ ਰੱਖਣਾ ਹੈ, ਇਸ ਦੇ ਵਿੱਚ ਪੈਟਰੋਲ ਅਤੇ ਅਲਕੋਹਲ ਸ਼ਰਾਬ ਦੋਨੋਂ ਚੀਜ਼ਾਂ ਸ਼ਾਮਿਲ ਨਹੀਂ ਕੀਤੀਆਂ ਗਈਆਂ ਹਨ। ਪਿਆਰੇ ਵਿਦਿਆਰਥੀਓ, ਪੈਟਰੋਲ ਅਤੇ ਸ਼ਰਾਬ ਅਲਕੋਹਲ ਦੇ ਉੱਪਰ ਇਸ ਨੂੰ GST ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਹਨ ਉਹਨਾਂ ਦੇ ਉੱਪਰ ਛੱਡ ਦਿੱਤਾ ਗਿਆ ਹੈ ਕਿ ਉਹਨਾਂ ਨੇ ਆਪਦੀ ਸਟੇਟ ਦੇ ਵਿੱਚ ਲੋੜ ਮੁਤਾਬਕ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਕਿੰਨਾ ਟੈਕਸ ਲਗਾਉਣਾ ਹੈ, ਇਸ ਨੂੰ GST ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਟ ਇਜ਼ ਏ ਨੈਸ਼ਨਲ ਵਾਈਡ ਟੈਕਸ seeking to unify several indirect taxes and is based on the principle of one nation one tax। ਪਿਆਰੇ ਵਿਦਿਆਰਥੀਓ, ਇਸ ਟੈਕਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਕਈ ਪ੍ਰਕਾਰ ਦੇ ਟੈਕਸ ਲਗਾਏ ਜਾਂਦੇ ਸਨ। ਸਾਡੀ ਸੈਂਟਰ ਦੀ ਸਰਕਾਰ ਨੇ ਇੱਕ ਡਿਸੀਜ਼ਨ ਲਿਆ, ਇੱਕ ਫੈਸਲਾ ਲਿਆ ਕਿ ਸਾਰੇ ਟੈਕਸ ਨੂੰ ਖਤਮ ਕਰਕੇ ਵਨ ਨੈਸ਼ਨਲ ਵਨ ਟੈਕਸ ਲਗਾਇਆ ਜਾਏ। ਜਿੰਨੇ ਵੀ ਸਾਡੇ ਡਿਵੈਲਪਡ ਕੰਟਰੀ ਨੇ ਉਹਨਾਂ ਦੇ ਵਿੱਚ ਵਨ ਨੈਸ਼ਨਲ ਵਨ ਟੈਕਸ ਦਾ ਹੀ ਰੂਲ ਹੈ। ਇਸ ਵਾਸਤੇ ਸੈਂਟਰ ਸਰਕਾਰ ਨੇ ਇਹ ਫੈਸਲਾ ਲਿਆ, ਬਹੁਤ ਹੀ ਵਧੀਆ ਫੈਸਲਾ ਹੈ, ਜਿਸ ਦੇ ਨਾਲ ਇੱਕ ਦੇਸ਼ ਦੇ ਵਿੱਚ ਇੱਕ ਕਰ ਦਾ ਜੋ ਸਿਧਾਂਤ ਹੈ ਉਸ ਨੂੰ ਲਾਗੂ ਕੀਤਾ ਗਿਆ। ਜਦੋਂ ਇੱਕ ਚੀਜ਼ 100 ਰੁਪਏ ਦੀ ਇੱਕ ਫੈਕਟਰੀ ਵਿੱਚੋਂ ਚੱਲਦੀ ਸੀ ਅਤੇ ਉਹਦੇ 'ਤੇ ਕਈ ਤਰ੍ਹਾਂ ਦੇ ਟੈਕਸ ਰਸਤੇ ਵਿੱਚ ਲੱਗਦੇ ਸਨ, ਜਿਸ ਨਾਲ 100 ਰੁਪਏ ਵਾਲੀ ਚੀਜ਼ ਸਾਨੂੰ 150 ਰੁਪਏ ਤੱਕ ਮਿਲਦੀ ਸੀ। ਪਰ ਹੁਣ ਜਿਸ ਥਾਂ 'ਤੇ ਉਹ ਵਸਤੂ, ਉਹ ਗੁੱਡਸ ਪ੍ਰੋਡਿਊਸ ਹੋਣਗੀਆਂ, ਉਸ ਥਾਂ ਦੇ ਉੱਪਰ ਹੀ ਇੱਕ ਵਾਰ ਟੈਕਸ ਲੱਗੇਗਾ। ਉਸ ਟੈਕਸ ਦੇ ਵਿੱਚੋਂ ਅੱਧਾ ਹਿੱਸਾ ਸੈਂਟਰ ਗੌਰਮੈਂਟ ਨੂੰ ਜਾਏਗਾ ਔਰ ਅੱਧਾ ਹਿੱਸਾ ਸਟੇਟ ਗੌਰਮੈਂਟ ਨੂੰ ਜਾਏਗਾ। ਅੱਗੇ ਜਾ ਕੇ ਇੱਕ ਚਾਰਟ ਆਏਗਾ, ਉਹਦੇ ਰਾਹੀਂ ਆਪਾਂ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਪਿਆਰੇ ਵਿਦਿਆਰਥੀਓ, GST ਦੇ ਲੱਗਣ ਨਾਲ ਇੱਕ ਤਾਂ ਜਿਹੜੀ ਗੁੱਡਸ ਹੈ ਉਸ ਦੀ ਪ੍ਰਾਈਸ ਘੱਟ ਜਾਂਦੀ ਹੈ, ਮਹਿੰਗਾਈ ਵੀ ਘਟਦੀ ਹੈ ਔਰ ਉਹਦੇ ਉੱਪਰ ਸਾਨੂੰ ਟੈਕਸ ਸਿਰਫ ਇੱਕ ਵਾਰ ਹੀ ਦੇਣਾ ਪੈਂਦਾ ਹੈ। GST Act was passed in the Parliament on 24th March 2017। 2017 ਦੀ 24 ਮਾਰਚ ਨੂੰ ਪਾਰਲੀਮੈਂਟ ਦੇ ਵਿੱਚ ਇਸ ਨੂੰ ਪਾਸ ਕਰ ਦਿੱਤਾ ਗਿਆ ਸੀ, ਬਟ ਇਸ ਨੂੰ 1 ਜੁਲਾਈ 2017 ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ। ਕਿਸ ਨੂੰ ਜੀ? GST ਨੂੰ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਨੂੰ ਹੇਠਾਂ ਦਿੱਤੇ ਚਾਰਟ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੈਕਸ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਡਾਇਰੈਕਟ ਟੈਕਸ ਅਤੇ ਦੂਸਰਾ ਇਨਡਾਇਰੈਕਟ ਟੈਕਸ। ਡਾਇਰੈਕਟ ਟੈਕਸ ਉਹ ਹੁੰਦਾ ਹੈ ਜੋ ਸਾਡੀ ਡਾਇਰੈਕਟ ਇਨਕਮ 'ਤੇ ਸਾਨੂੰ ਡਾਇਰੈਕਟ ਪੇ ਕਰਨਾ ਪੈਂਦਾ ਹੈ, ਸਿੱਧੇ ਤੌਰ 'ਤੇ ਅਸੀਂ ਉਸ ਟੈਕਸ ਨੂੰ ਪੇ ਕਰਦੇ ਹਾਂ, ਜਿਵੇਂ ਕਿ ਇਨਕਮ ਟੈਕਸ, ਵੈਲਥ ਟੈਕਸ, ਗਿਫਟ ਟੈਕਸ, ਕਾਰਪੋਰੇਸ਼ਨ ਟੈਕਸ, ਪ੍ਰੋਪਰਟੀ ਟੈਕਸ। ਇਹ ਉਹ ਟੈਕਸ ਨੇ ਜਿਨ੍ਹਾਂ ਨੂੰ ਡਾਇਰੈਕਟ ਟੈਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸੀਂ ਸਿੱਧੇ ਵੇ ਨਾਲ ਇਹਨਾਂ ਨੂੰ ਪੇ ਕਰਦੇ ਹਾਂ। ਸਪੋਜ਼ ਸਾਡੀ ਸਾਲ ਦੀ ਇਨਕਮ 5 ਲੱਖ ਰੁਪਏ ਹੋਈ ਅਤੇ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ 5 ਲੱਖ ਦੇ ਉੱਪਰ ਜੋ ਸਲੈਬ ਰੇਟ ਹਨ ਉਹਦੇ ਅਕੋਰਡਿੰਗ ਟੈਕਸ ਪੇ ਕੀਤਾ
ਔਰ ਅਸੀਂ ਆਪ ਖੁਦ ਜਮ੍ਹਾਂ ਕਰਾਇਆ, ਦੈਟ ਇਜ਼ ਡਾਇਰੈਕਟ ਟੈਕਸ, ਅਸੀਂ ਸਿੱਧੇ ਰੂਪ ਵਿੱਚ ਜਮ੍ਹਾਂ ਕਰਾਉਂਦੇ ਹਾਂ। ਪਿਆਰੇ ਵਿਦਿਆਰਥੀਓ, ਇਨਡਾਇਰੈਕਟ ਟੈਕਸ ਲਾਈਕ ਕਸਟਮ ਡਿਊਟੀ, ਐਕਸਾਈਜ਼ ਡਿਊਟੀ, ਸਰਵਿਸ ਟੈਕਸ, ਸੇਲਸ ਟੈਕਸ, ਵੈਲਿਊ ਐਡਿਡ ਟੈਕਸ ਜਿਸ ਨੂੰ ਅਸੀਂ ਵੈਟ ਦੇ ਨਾਮ ਨਾਲ ਜਾਣਦੇ ਹਾਂ, ਇਹ ਸਾਰੇ ਇਨਡਾਇਰੈਕਟ ਟੈਕਸ ਨੇ। ਮੈਂ ਇੱਕ ਐਗਜ਼ਾਮਪਲ ਕੋਡ ਕਰਾਂਗਾ। ਸਪੋਜ਼ ਅਸੀਂ ਮਾਰਕੀਟ ਦੇ ਵਿੱਚੋਂ ਕਰਿਆਨੇ ਦਾ ਕੋਈ ਸਮਾਨ ਲੈਂਦੇ ਹਾਂ, ਚੀਨੀ ਖਰੀਦਦੇ ਹਾਂ, ਚਾਹ ਪੱਤੀ ਖਰੀਦਦੇ ਹਾਂ, ਦਾਲਾਂ ਖਰੀਦਦੇ ਹਾਂ, ਜਾਂ ਹੋਰ ਰੋਜ਼ਾਨਾ ਵਰਤੋਂ ਦੀਆਂ ਕੋਈ ਵੀ ਸਮਾਨ ਅਸੀਂ ਆਦੀ ਰਸੋਈ ਵਿੱਚ ਲੈ ਕੇ ਆਉਂਦੇ ਹਾਂ, ਤਾਂ ਉਹਦੇ ਉੱਪਰ ਅਸੀਂ ਇਨਡਾਇਰੈਕਟ ਟੈਕਸ ਪੇ ਕਰਦੇ ਹਾਂ। ਮੰਨ ਲਓ ਅਸੀਂ ਚੀਨੀ ਲੈ ਕੇ ਆਏ, ਉਹਨੇ ਸਾਨੂੰ ਚੀਨੀ ਦਾ ਰੇਟ ਦੱਸਿਆ ਕਿ 40 ਰੁਪਏ ਕੇਜੀ ਹੈ ਜੀ, ਤਾਂ ਅਸੀਂ ਉਸ 40 ਰੁਪਏ ਵਿੱਚ ਇਨਡਾਇਰੈਕਟ ਟੈਕਸ ਪੇ ਕਰਕੇ ਆ ਰਹੇ ਹਾਂ। ਜਿਹੜਾ ਟੈਕਸ ਅਸੀਂ ਸਿੱਧੇ ਰੂਪ ਵਿੱਚ ਪੇ ਨਹੀਂ ਕਰਦੇ, ਪਿਆਰੇ ਵਿਦਿਆਰਥੀਓ, ਮਾਈ ਡੀਅਰ ਸਟੂਡੈਂਟਸ, ਉਸ ਨੂੰ ਅਸੀਂ ਇਨਡਾਇਰੈਕਟ ਟੈਕਸ ਦੇ ਨਾਮ ਨਾਲ ਜਾਣਦੇ ਹਾਂ। ਹੁਣ ਅਸੀਂ ਇੱਥੇ ਸਮਝ ਲਿਆ ਡਾਇਰੈਕਟ ਟੈਕਸ ਕੀ ਹੁੰਦੇ ਨੇ ਅਤੇ ਇਨਡਾਇਰੈਕਟ ਟੈਕਸ ਕੀ ਹੁੰਦੇ ਹਨ। ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਹਿੰਦੁਸਤਾਨ ਵਿੱਚ ਲੈ ਜਾਣ ਵਾਲੇ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਨੂੰ ਮਰਜ ਕਰਕੇ, ਸਮਾਪਤ ਕਰਕੇ, ਇਕੱਠਾ ਕਰਕੇ ਇੱਕੋ ਇੱਕ ਟੈਕਸ ਬਣਾਇਆ ਗਿਆ ਜਿਸ ਦਾ ਨਾਮ ਹੈ GST। GST has replaced many indirect taxes levied by center and state government। ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਜਿਹੜੇ ਇਨਡਾਇਰੈਕਟ ਤੇ ਡਾਇਰੈਕਟ ਟੈਕਸ ਲਗਾਏ ਜਾਂਦੇ ਸਨ, ਉਹਨਾਂ ਨੂੰ ਕੁਝ ਕੁ ਟੈਕਸ ਨੇ ਜਿਨ੍ਹਾਂ ਨੂੰ ਮਰਜ ਕਰਕੇ ਇੱਕ ਟੈਕਸ ਬਣਾਇਆ ਗਿਆ। ਸਭ ਤੋਂ ਪਹਿਲਾਂ ਸੈਂਟਰ ਲੈਵਲ ਟੈਕਸ ਦੈਟ ਹੈਵ ਮਰਜਡ ਇਨਟੂ GST, ਜਿਨ੍ਹਾਂ ਨੂੰ GST ਦੇ ਵਿੱਚ ਮਰਜ ਕਰ ਦਿੱਤਾ ਗਿਆ। ਉਹ ਸੈਂਟਰ ਵੱਲੋਂ ਚਾਰਜ ਕੀਤੇ ਜਾਂਦੇ ਸਨ। ਐਕਸਾਈਜ਼ ਡਿਊਟੀ ਅੱਜ ਕੱਲ੍ਹ ਬਿਲਕੁਲ ਖਤਮ ਕਰਤੀ ਗਈ। ਸਰਵਿਸ ਟੈਕਸ ਬਿਲਕੁਲ ਨਹੀਂ ਲਿਆ ਜਾਂਦਾ। CST ਸੈਂਟਰਲ ਸੇਲਸ ਟੈਕਸ ਬਿਲਕੁਲ ਨਹੀਂ ਲਿਆ ਜਾਂਦਾ। ਇਹਨਾਂ ਤਿੰਨਾਂ ਦੀ ਥਾਂ 'ਤੇ ਕਿਹੜਾ ਟੈਕਸ ਆ ਗਿਆ? GST। ਐਵੇਂ ਹੀ ਸਟੇਟ ਲੈਵਲ 'ਤੇ ਕੁਝ ਟੈਕਸ ਸਨ ਜਿਨ੍ਹਾਂ ਨੂੰ ਖਤਮ ਕਰਤਾ ਗਿਆ, ਮਰਜਡ ਕਰ ਦਿੱਤਾ ਗਿਆ। ਕਿਹਦੇ ਵਿੱਚ? GST ਦੇ ਵਿੱਚ। ਉਹ ਕਿਹੜੇ ਕਿਹੜੇ ਸਨ? ਓਕਟਰਾਏ ਐਂਡ ਐਂਟਰੀ ਟੈਕਸ। ਪਿਆਰੇ ਵਿਦਿਆਰਥੀਓ, ਓਕਟਰਾਏ ਕੀ ਹੁੰਦਾ ਹੈ? ਇਸ ਨੂੰ ਚੁੰਗੀ ਕਹਿੰਦੇ ਆ। ਕਿਸੇ ਸ਼ਹਿਰ ਦੇ ਵਿੱਚ ਜਦੋਂ ਸਮਾਨ ਆਉਂਦਾ ਹੈ ਤਾਂ ਉਸ ਸ਼ਹਿਰ ਦੇ ਵਿੱਚ ਸਮਾਨ ਐਂਟਰ ਹੋਣ ਤੋਂ ਪਹਿਲਾਂ ਇੱਕ ਟੈਕਸ ਲਗਾਇਆ ਜਾਂਦਾ ਹੈ ਜਿਸ ਨੂੰ ਚੁੰਗੀ ਕਿਹਾ ਜਾਂਦਾ ਹੈ, ਓਕਟਰਾਏ ਕਿਹਾ ਜਾਂਦਾ ਹੈ, ਐਂਟਰੀ ਟੈਕਸ ਕਿਹਾ ਜਾਂਦਾ ਹੈ। ਇਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਤਾਂ ਬਿਲਕੁਲ ਨਹੀਂ ਲਗਾਇਆ ਜਾਂਦਾ, ਖਤਮ ਹੋ ਗਿਆ ਹੈ। ਜਦੋਂ ਅਸੀਂ ਮਿਊਨਿਸਪਲ ਕਮੇਟੀ ਦੀ ਹੱਦ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਮਿਊਨਿਸਪਲ ਕਮੇਟੀ ਇੱਕ ਥੋੜ੍ਹਾ ਜਿਹਾ ਨਾਮਾਤਰ ਜਿਹਾ ਟੈਕਸ ਚਾਰਜ ਕਰਦੀ ਹੈ ਜਿਸ ਨੂੰ ਓਕਟਰਾਏ ਜਾਂ ਐਂਟਰੀ ਟੈਕਸ ਦੇ ਨਾਮ ਨਾਲ ਜਾਣਦੇ ਹਾਂ। ਇਹ ਟੈਕਸ ਬਿਲਕੁਲ ਖਤਮ ਕਰ ਦਿੱਤਾ ਗਿਆ। ਪਰਚੇਜ਼ ਟੈਕਸ ਨੂੰ ਖਤਮ ਕਰ ਦਿੱਤਾ ਗਿਆ। ਇੰਟਰਟੇਨਮੈਂਟ ਟੈਕਸ, ਜਿਵੇਂ ਆਪਾਂ ਸਿਨੇਮਾ ਘਰ ਵਿੱਚ ਗਏ ਉੱਥੇ ਸਾਨੂੰ ਟਿਕਟ 'ਤੇ ਜਿਹੜਾ ਇੰਟਰਟੇਨਮੈਂਟ ਟੈਕਸ ਲੱਗਦਾ ਸੀ ਉਹ ਬਿਲਕੁਲ ਖਤਮ ਹੋ ਗਿਆ, ਉਹਦੀ ਥਾਂ 'ਤੇ GST ਆ ਗਿਆ। ਵੈਟ ਵੈਲਿਊ ਐਡਿਡ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ। ਲਗਜ਼ਰੀ ਟੈਕਸ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਗਿਆ। ਟੈਕਸਿਸ ਔਨ ਲੋਟਰੀ, ਜਿੰਨੀਆਂ ਵੀ ਲੋਟਰੀਜ਼ ਅਲੱਗ-ਅਲੱਗ ਸਟੇਟਸ ਵੱਲੋਂ ਆਦੇ ਲੈਵਲ 'ਤੇ ਲੋਟਰੀਜ਼ ਪਾਈਆਂ ਜਾਂਦੀਆਂ ਹਨ, ਉਹਦੇ ਉੱਪਰ ਲੱਗਣ ਵਾਲਾ ਲੋਟਰੀ ਟੈਕਸ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਉਹਦੀ ਥਾਂ 'ਤੇ ਇੱਕੋ ਇੱਕ ਟੈਕਸ ਆ ਗਿਆ ਜਿਸ ਦਾ ਨਾਮ ਹੈ GST। ਤਾਂ ਪਿਆਰੇ ਵਿਦਿਆਰਥੀਓ, ਇੰਨੇ ਸਾਰੇ ਟੈਕਸ ਨੂੰ ਖਤਮ ਕਰਕੇ, ਮਰਜ ਕਰਕੇ ਇੱਕੋ ਇੱਕ ਟੈਕਸ ਲਗਾ ਦਿੱਤਾ ਗਿਆ। ਦੈਟ ਟੈਕਸ ਇਜ਼ ਕਾਲਡ GST, ਗੁੱਡਸ ਐਂਡ ਸਰਵਿਸਿਜ਼ ਟੈਕਸ। ਤਾਂ ਪਿਆਰੇ ਵਿਦਿਆਰਥੀਓ, ਇਹ ਸਮਝਣ ਤੋਂ ਬਾਅਦ ਫਿਰ ਅਸੀਂ ਸਮਝਦੇ ਹਾਂ ਕਿ GST ਦੇ ਕੁਝ ਰੇਟਸ ਨੇ। ਗੁੱਡਸ ਐਂਡ ਸਰਵਿਸਿਜ਼ ਆਰ ਡਿਵਾਈਡਡ ਇਨਟੂ 5 ਸਲੈਬਸ ਫਾਰ ਕਲੈਕਸ਼ਨ ਆਫ GST। ਇਸ ਨੂੰ 5 ਭਾਗਾਂ ਦੇ ਵਿੱਚ, 5 ਸਲੈਬਸ ਦੇ ਵਿੱਚ ਅਲੱਗ-ਅਲੱਗ ਵੰਡਿਆ ਗਿਆ ਹੈ। ਅਸੈਂਸ਼ੀਅਲ ਆਈਟਮਸ ਇਨਕਲੂਡਿੰਗ ਫੂਡ, ਇਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ GST ਨਹੀਂ ਲੱਗਦਾ, 0% ਰੇਟ ਹੈ। ਕਾਮਨ ਯੂਜ਼ ਆਈਟਮਸ, ਆਮ ਸਧਾਰਨ ਵਰਤੋਂ ਵਾਸਤੇ ਗੁੱਡਸ ਨੇ, ਉਹ ਅਲੱਗ-ਅਲੱਗ ਕੈਟੇਗਰੀ ਦਿੱਤੀ ਹੋਈ ਹੈ, ਉਹਨਾਂ ਦੇ ਅਲੱਗ-ਅਲੱਗ ਨਾਮ ਦਿੱਤੇ ਹੋਏ ਨੇ। ਇੱਥੇ ਸਾਨੂੰ ਨਾਮ ਪੜ੍ਹਨ ਦੀ, ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ। ਅਸੀਂ ਵਾਰ ਇੰਨਾ ਹੀ ਯਾਦ ਰੱਖਣਾ ਹੈ ਕਿ ਇਸ ਦੇ ਅਲੱਗ-ਅਲੱਗ ਸਲੈਬ ਰੇਟ ਹਨ। ਉਸ ਦਾ ਰੇਟ ਹੈ ਜੀ 5%। ਇੱਕ ਦਾ ਨਾਮ ਦਿੱਤਾ ਗਿਆ ਹੈ ਸਟੈਂਡਰਡ ਰੇਟ। ਕੁਝ ਕੁ ਗੁੱਡਸ ਨੇ ਜਿਨ੍ਹਾਂ ਨੂੰ ਸਟੈਂਡਰਡ ਰੇਟ ਵਿੱਚ ਰੱਖਿਆ ਗਿਆ ਹੈ, ਉਹਨਾਂ 'ਤੇ 12% ਦੀ ਦਰ ਦੇ ਨਾਲ GST ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਮੈਕਸਿਮਮ ਗੁੱਡਸ ਐਂਡ ਆਲ ਸਰਵਿਸਿਜ਼ ਸਟੈਂਡਰਡ ਰੇਟ
ਇੱਕ ਅਲੱਗ ਕੈਟੇਗਰੀ ਵਿੱਚ ਗੁੱਡਸ ਨੂੰ ਰੱਖਿਆ ਗਿਆ ਹੈ। ਇਸ ਦੇ ਵਿੱਚ 18% ਦੀ ਦਰ ਦੇ ਨਾਲ GST ਲਗਾਇਆ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਲਗਜ਼ਰੀ ਆਈਟਮ ਤੇ ਤੰਬਾਕੂ ਦੇ ਉੱਪਰ 28% ਸਭ ਤੋਂ ਉੱਚ ਪੱਧਰ ਦਾ ਸਲੈਬ ਰੇਟ 28% ਇਸ ਦੇ ਉੱਪਰ GST ਲਗਾਇਆ ਗਿਆ ਹੈ। ਇਸ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਵਿੱਚ, ਸਾਡੇ ਇੰਡੀਆ ਦੇ ਵਿੱਚ GST ਦੇ 5 ਸਲੈਬ ਰੇਟ ਹਨ। ਤੁਸੀਂ ਯਾਦ ਰੱਖਣਾ ਹੈ 0, 5%, 12%, 18% ਐਂਡ 28%। ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਅਸੀਂ ਇਸ ਨੂੰ ਪੰਜਾਬੀ ਵਰਜ਼ਨ ਵਿੱਚ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ GST ਤੋਂ ਭਾਵ ਉਸ ਕਰ ਤੋਂ ਹੈ ਜੋ ਹਰ ਪੂਰਤੀ ਅਰਥਾਤ ਵਸਤੂਆਂ ਅਤੇ ਜਾਂ ਸੇਵਾਵਾਂ ਦੀ ਵਿਕਰੀ 'ਤੇ ਲਗਾਇਆ ਜਾਂਦਾ ਹੈ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਇੰਗਲਿਸ਼ ਵਰਜ਼ਨ ਵਿੱਚ ਵੀ ਕਿ ਗੁੱਡਸ ਐਂਡ ਸਰਵਿਸਿਜ਼ ਦੋਨਾਂ ਉੱਪਰ ਹੀ GST ਲਗਾਇਆ ਜਾਂਦਾ ਹੈ, ਪਰੰਤੂ ਇਸ ਵਿੱਚ ਪੈਟਰੋਲੀਅਮ ਅਤੇ ਮਨੁੱਖੀ ਉਪਭੋਗ ਲਈ ਅਲਕੋਹਲ ਨੂੰ, ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਉਹਨਾਂ ਉੱਪਰ ਛੱਡ ਦਿੱਤਾ ਗਿਆ ਹੈ ਪੈਟਰੋਲ ਅਤੇ ਅਲਕੋਹਲ ਬਾਰੇ। ਉਹ ਆਦੇ ਲੈਵਲ 'ਤੇ ਟੈਕਸ ਚਾਰਜ ਕਰਦੀਆਂ ਹਨ, ਇਹਨਾਂ ਨੂੰ GST ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਭੁਗਤਾਨ ਕੀਤੇ ਗਏ GST ਨੂੰ ਇਨਪੁੱਟ GST ਅਤੇ ਪ੍ਰਾਪਤ ਕੀਤੇ ਗਏ GST ਨੂੰ ਆਊਟਪੁੱਟ GST ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਸਪੋਜ਼ 50,000 ਰੁਪਏ ਦੀਆਂ ਗੁੱਡਸ ਖਰੀਦ ਕੇ ਲਿਆਏ, ਉਹਦੇ ਉੱਪਰ ਜਿੰਨਾ ਤੁਸੀਂ GST ਪੇ ਕੀਤਾ ਉਹ ਚਾਹੇ 5% ਦੀ ਦਰ ਨਾਲ ਕੀਤਾ, ਚਾਹੇ 12% ਦੇ ਰੇਟ ਨਾਲ ਕੀਤਾ, ਚਾਹੇ 18% ਦੇ ਰੇਟ ਨਾਲ ਕੀਤਾ, ਉਸ ਨੂੰ ਜਿੰਨਾ ਟੈਕਸ ਤੁਸੀਂ ਦੇ ਕੇ ਆਏ ਹੋ ਉਸ ਨੂੰ ਅਸੀਂ ਇਨਪੁੱਟ ਕਹਿੰਦੇ ਹਾਂ। ਅਤੇ ਜਦੋਂ ਤੁਸੀਂ ਗੁੱਡਸ ਵੇਚਦੇ ਹੋ ਅਤੇ ਟੈਕਸ ਕਲੈਕਟ ਕਰਦੇ ਹੋ ਉਸ ਨੂੰ ਅਸੀਂ ਆਊਟਪੁੱਟ GST ਕਹਿੰਦੇ ਹਾਂ। ਗੁੱਡਸ ਖਰੀਦਾਂਗੇ, ਟੈਕਸ ਪੇ ਕਰਾਂਗੇ, ਇਨਪੁੱਟ। ਗੁੱਡਸ ਵੇਚਾਂਗੇ, ਟੈਕਸ ਕਲੈਕਟ ਹੋਏਗਾ, ਆਊਟਪੁੱਟ GST। ਪਿਆਰੇ ਵਿਦਿਆਰਥੀਓ, ਇਸ ਤੋਂ ਅੱਗੇ ਇਸ ਨੂੰ 2 ਭਾਗਾਂ 'ਚ ਵੰਡਿਆ ਜਾਂਦਾ ਹੈ, ਉਹ ਚਾਹੇ ਇਨਪੁੱਟ ਹੋਏ ਚਾਹੇ ਆਊਟਪੁੱਟ ਹੋਏ। ਤਾਂ ਇਸ ਦੇ ਵਿੱਚੋਂ 2 ਪਾਰਟ ਕੀ ਬਣਦੇ ਨੇ? ਇੱਕ ਪਹਿਲੇ ਆਉਂਦਾ CGST, ਸੈਂਟਰਲ ਗੁੱਡਸ ਐਂਡ ਸਰਵਿਸਿਜ਼ ਟੈਕਸ, ਅਤੇ ਦੂਸਰਾ ਹੈ SGST, ਸਟੇਟ ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹਦੇ ਵਿੱਚੋਂ ਅੱਧਾ ਹਿੱਸਾ ਸੈਂਟਰ ਨੂੰ ਜਾਂਦਾ ਹੈ, ਪਹਿਲਾਂ ਸਾਰਿਆਂ ਤੋਂ ਪਹਿਲਾਂ CGST ਲਿਖਣਾ ਹੁੰਦਾ ਹੈ, ਔਰ ਉਹਦੇ ਵਿੱਚੋਂ ਅੱਧਾ ਹਿੱਸਾ ਸਟੇਟ ਗੌਰਮੈਂਟ ਲਈ ਹੁੰਦਾ ਹੈ। ਸਪੋਜ਼ ਅਸੀਂ ਗੁੱਡਸ ਖਰੀਦੀਆਂ, ਉਹਦੇ ਵਿੱਚ 18% ਅਸੀਂ ਰੇਟ ਨਾਲ ਟੈਕਸ ਦਿੱਤਾ, ਅਤੇ ਉਹਦੇ ਵਿੱਚੋਂ ਪਿਆਰੇ ਵਿਦਿਆਰਥੀਓ 9% ਸੈਂਟਰ ਦਾ ਹਿੱਸਾ ਹੋਏਗਾ ਅਤੇ 9% ਹੀ ਸਟੇਟ ਦਾ ਸ਼ੇਅਰ ਹੋਏਗਾ, ਯਾਨੀ ਕਿ ਅੱਧੇ ਪੈਸੇ ਸੈਂਟਰ ਨੂੰ ਜਾਣਗੇ ਔਰ ਅੱਧੇ ਪੈਸੇ ਹੀ ਸਟੇਟ ਗੌਰਮੈਂਟ ਨੂੰ ਜਾਣਗੇ। ਇਹ ਤਾਂ ਸੀ ਕੁਝ ਬੇਸਿਕ ਨੌਲੇਜ ਰਿਗਾਰਡਿੰਗ GST ਦੇ ਵਾਸਤੇ। ਮੈਂ ਉਮੀਦ ਕਰਦਾ ਕਿ ਤੁਹਾਨੂੰ GST ਦਾ ਟੌਪਿਕ ਬੜੇ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ ਹੈ। ਇਸ ਟੌਪਿਕ ਨੂੰ ਧਿਆਨ ਨਾਲ ਸਮਝਣ ਲਈ, ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਬਾਅਦ ਫਿਰ GST ਦਾ ਇੱਕ ਹੋਰ ਲੈਕਚਰ ਲੈ ਕੇ ਮਿਲਾਂਗੇ। तब तक थैंक्स फॉर वाचिंग दिस वीडियो। जय हिंद।